ਜੈਮਸੀ ਦੀ ਪਿਆਰੇ ਦਰਸ਼ਕੋ, ਸੱਚੀ ਬਾਣੀ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਣ ਦੇ ਲਈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਸੱਚੀ ਬਾਣੀ ਦੇ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈਬਲ ਧਰਮ ਸ਼ਾਸਤਰ ਦੀ ਉਤਪਤੀ ਪੁਸਤਕ ਤੋਂ 6ਵੇਂ ਅਧਿਆਏ ਦਾ ਅਧਿਐਨ ਕਰ ਰਹੇ ਸੀ। ਉਸ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਪਰਮੇਸ਼ਰ ਨੇ ਜਦੋਂ ਧਰਤੀ ਉੱਤੇ ਵੇਖਿਆ ਤਾਂ ਉਸ ਦਾ ਮਨ ਬਹੁਤ ਉਦਾਸ ਹੋਇਆ। ਪਰਮੇਸ਼ਰ ਨੂੰ ਰੰਜ ਹੋਇਆ ਕਿ ਉਸਨੇ ਮਨੁੱਖ ਨੂੰ ਕਿਉਂ ਬਣਾਇਆ, ਕਿਉਂਕਿ ਧਰਤੀ ਉੱਤੇ ਬੁਰਾਈ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਹੁਣ ਉਹ ਉਸ ਨੂੰ ਧਰਤੀ ਨੂੰ ਮਿਟਾ ਦੇਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਜਲ ਪਰਲੋ ਦੁਆਰਾ ਮਨੁੱਖ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਦੋਸਤੋ, ਅਸੀਂ ਅਜੇ ਵੀ ਉਤਪਤੀ ਪੁਸਤਕ ਦੇ 6ਵੇਂ ਅਧਿਆਏ 'ਤੇ ਹੀ ਹਾਂ। ਅੱਜ ਅਸੀਂ ਆਪਣੇ ਅਧਿਆਏ ਦੀ ਸ਼ੁਰੂਆਤ ਇਸੇ 6ਵੇਂ ਅਧਿਆਏ ਨੂੰ ਜਾਰੀ ਰੱਖਦੇ ਹੋਏ ਕਰਾਂਗੇ। ਆਓ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੇ ਦੁਆਰਾ। ਪਿਆਰੇ ਦੋਸਤੋ, ਅਸੀਂ ਬਾਈਬਲ ਧਰਮ ਸ਼ਾਸਤਰ ਦੀ ਪੁਸਤਕ ਉਤਪਤ ਦੇ 6 ਅਧਿਆਏ ਬਾਰੇ ਆਪਣੇ ਵਿਚਾਰ ਜਾਰੀ ਰੱਖਾਂਗੇ। ਇਸ ਵਿੱਚ ਅਸੀਂ ਆਪ ਦੇ ਸ਼ਬਦ ਦੇ ਸ਼ਾਮਲ ਹੋਣ ਲਈ ਆਪ ਦਾ ਸਵਾਗਤ ਕਰਦੇ ਹਾਂ। ਇਸ ਅਧਿਆਏ ਦੇ ਜਿਸ ਵਿਸ਼ੇ ਬਾਰੇ ਅਸੀਂ ਵਿਚਾਰ ਕਰਨਾ ਸ਼ੁਰੂ ਕਰ ਰਹੇ ਹਾਂ ਉਹ ਪਰਮੇਸ਼ਰ ਦੁਆਰਾ ਨੂਹ ਨੂੰ ਕਿਸ਼ਤੀ ਬਣਾਉਣ ਸੰਬੰਧੀ ਹਦਾਇਤਾਂ ਨਾਲ ਸੰਬੰਧਿਤ ਹੈ। ਪਰਮੇਸ਼ਰ ਜਲ ਪਰਲੋ ਤੋਂ ਬਚਣ ਲਈ ਲੋਕਾਂ ਨੂੰ ਚੋਖਾ ਮੌਕਾ ਦਿੰਦਾ ਹੈ। ਵਚਨ ਵਿੱਚ ਲਿਖਿਆ ਹੋਇਆ ਹੈ ਕਿ ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈ ਔਰ ਤੂੰ ਉਹਨੂੰ ਅੰਦਰੋਂ ਬਾਹਰੋਂ ਗਲ ਨਾਲ ਲਿਪੀ। ਉਤਪਤ ਦੀ ਪੁਸਤਕ ਉਸ ਦਾ 6 ਅਧਿਆਏ ਉਸ ਦੀ 14 ਆਇਤ ਵਿੱਚ ਇਹ ਵਚਨ ਮੌਜੂਦ ਹਨ। ਤੂੰ ਆਪਣੇ ਲਈ ਇੱਕ ਕਿਸ਼ਤੀ ਗੋਫਰ ਦੀ ਲੱਕੜੀ ਤੋਂ ਬਣਾ। ਗੋਫਰ ਦੀ ਲੱਕੜੀ ਬਹੁਤ ਹੀ ਘੱਟ ਖਰਾਬ ਹੋਣ ਵਾਲੀ ਲੱਕੜੀ ਹੈ, ਜੋ ਕਿ ਕੈਲੀਫੋਰਨੀਆ ਵਿੱਚ ਮਿਲਣ ਵਾਲੀ ਰੈੱਡਵੁੱਡ ਨਾਲ ਕਾਫੀ ਮਿਲਦੀ ਜੁਲਦੀ ਹੈ। ਤੂੰ ਕਿਸ਼ਤੀ ਵਿੱਚ ਕੋਠੜੀਆਂ ਬਣਾਈ। ਕੋਠੜੀਆਂ ਇਸਤੇਮਾਲ ਕੀਤੇ ਸ਼ਬਦ ਤੋਂ ਭਾਵ ਆਲਣੇ ਤੋਂ ਹੈ। ਹਾਥੀ ਲਈ ਤਾਂ ਇਹ ਠੀਕ ਹੈ ਕਿ ਇੱਕ ਕਮਰੇ ਦੀ ਲੋੜ ਪੈ ਸਕਦੀ ਹੈ, ਪਰ ਸ਼ਸ਼ੂੰਦਰ ਲਈ ਇੰਨੀ ਜਗ੍ਹਾ ਨਹੀਂ ਚਾਹੀਦੀ। ਉਸ ਲਈ ਤਾਂ ਕਿਸੇ ਕੋਨੇ ਵਿੱਚ ਗੰਦਮੰਦ ਪਏ ਹੋਏ ਜਗ੍ਹਾ ਦੀ ਹੀ ਕਾਫੀ ਹੈ। ਔਰ ਤੂੰ ਉਹਨੂੰ ਅੰਦਰੋਂ ਬਾਹਰੋਂ
ਗਲ ਨਾਲ ਲਿਪੀ। ਕਿਸ਼ਤੀ ਨੂੰ ਇਸ ਤਰੀਕੇ ਨਾਲ ਬਣਾਉਣਾ ਸੀ ਕਿ ਇਸ ਉੱਤੇ ਪਾਣੀ ਦਾ ਕੋਈ ਅਸਰ ਨਾ ਹੋਵੇ। ਅੱਗੇ ਲਿਖਿਆ ਹੋਇਆ ਹੈ ਕਿ ਉਹਨੂੰ ਇਸੇ ਤਰ੍ਹਾਂ ਬਣਾਈ ਕਿ ਕਿਸ਼ਤੀ ਦੀ ਲੰਬਾਈ 300 ਹੱਥ ਔਰ ਉਹਦੀ ਚੌੜਾਈ 50 ਹੱਥ ਔਰ ਉਹਦੀ ਉਚਾਈ 30 ਹੱਥ ਹੋਵੇ। ਉਤਪਤ 6 ਅਧਿਆਏ ਉਸ ਦੀ 15 ਆਇਤ। ਕੁਝ ਲੋਕਾਂ ਦਾ ਭਾਵ ਕਿਸ਼ਤੀ ਤੋਂ ਇੱਕ ਉਸ ਬੇੜੀ ਤੋਂ ਹੈ ਜੋ ਕਿ ਉਹਨਾਂ ਨੂੰ ਸੰਡੇ ਸਕੂਲ ਵਿੱਚ ਤਸਵੀਰ ਦਿਖਾਈ ਗਈ ਸੀ। ਮੇਰੇ ਲਈ ਤਾਂ ਇਹ ਇੱਕ ਹਾਸੋਹੀਣੀ ਨਕਲ ਹੀ ਹੈ। ਇਹ ਤਾਂ ਕਿਸ਼ਤੀ ਦੀ ਅਸਲ ਤਸਵੀਰ ਨਾ ਹੋ ਕੇ ਉਸ ਦਾ ਇੱਕ ਕਾਰਟੂਨ ਹੀ ਹੋਇਆ। ਕਿਸ਼ਤੀ ਦੇ ਬਣਾਉਣ ਦੀਆਂ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਇਹ ਕਾਫੀ ਵੱਡੀ ਕਿਸ਼ਤੀ ਸੀ। ਇਸ ਦੀ ਲੰਬਾਈ 300 ਹੱਥ ਸੀ। ਜੇਕਰ ਇੱਕ ਹੱਥ 18 ਇੰਚਾਂ ਦਾ ਹੋਵੇ ਤਾਂ ਸਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਇਹ ਕਿਸ਼ਤੀ ਕਿੰਨੀ ਲੰਬੀ ਹੋ ਸਕਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹ ਲੋਕ ਇਸ ਨੂੰ ਉਸ ਜ਼ਮਾਨੇ ਵਿੱਚ ਵਾਸਤਵਿਕ ਰੂਪ ਵਿੱਚ ਕਿਸ ਤਰ੍ਹਾਂ ਦੇ ਸਕੇ। ਪਰ ਮੇਰੇ ਦੋਸਤੋ, ਇਹ ਕਿਸੇ ਗੁਫਾ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਬਹੁਤ ਹੀ ਸੂਝ-ਬੂਝ ਵਾਲੇ ਵਿਅਕਤੀ ਨਾਲ ਸੰਬੰਧ ਰੱਖਦਾ ਹੈ। ਜ਼ਰਾ ਧਿਆਨ ਨਾਲ ਦੇਖੋ ਕਿ ਜੋ ਸੂਝ-ਬੂਝ ਅੱਜ ਦੀ ਜਾਤੀ ਕੋਲ ਹੈ, ਇਹ ਸਭ ਨੂਹ ਦੁਆਰਾ ਹੀ ਆਈ ਹੈ ਅਤੇ ਉਹ ਸੱਚਮੁੱਚ ਬਹੁਤ ਹੀ ਸੂਝਵਾਨ ਮਨੁੱਖ ਸੀ। ਨੂਹ ਕਿਸੇ ਸਮੁੰਦਰੀ ਜਹਾਜ਼ ਨੂੰ ਨਹੀਂ ਬਣਾਉਣ ਜਾ ਰਿਹਾ ਜਿਸ ਵਿੱਚ 50 ਫੁੱਟ ਉੱਚੀਆਂ ਸਮੁੰਦਰੀ ਲਹਿਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਹੋਵੇ। ਜੋ ਕੁਝ ਉਹ ਬਣਾ ਰਿਹਾ ਹੈ, ਇਹ ਸਿਰਫ ਜੀਵ ਜੰਤੂਆਂ ਅਤੇ ਮਨੁੱਖ ਦੇ ਰਹਿਣ ਲਈ ਜਗ੍ਹਾ ਬਣ ਰਹੀ ਹੈ, ਕਿਸੇ ਤੂਫਾਨ ਵਿੱਚੋਂ ਲੰਘਣ ਲਈ ਨਹੀਂ, ਸਿਰਫ ਜਲ ਪਰਲੋ ਦੇ ਸਮੇਂ ਤੱਕ ਉਸ ਵਿੱਚ ਰਹਿਣ ਲਈ ਹੀ ਹੈ। ਇਸ ਕਰਕੇ ਨੂਹ ਦੀ ਕਿਸ਼ਤੀ ਵਿੱਚ ਕਿਸੇ ਸਮੁੰਦਰੀ ਜਹਾਜ਼ ਦੀ ਤੁਲਨਾ ਵਿੱਚ ਬਹੁਤ ਘਾਟ ਸੀ। ਇਸੇ ਕਰਕੇ ਇਸ ਵਿੱਚ ਰਹਿਣ ਵਾਸਤੇ ਹੋਰ ਵੀ ਵਧੇਰੇ ਜਗ੍ਹਾ ਹੋਵੇਗੀ। ਜੇਕਰ ਇੱਕ ਹੱਥ 18 ਇੰਚ ਦਾ ਹੋਵੇ ਤਾਂ 300 ਹੱਥ ਦੇ ਹਿਸਾਬ ਨਾਲ ਉਹ ਕਿਸ਼ਤੀ 450 ਫੁੱਟ ਲੰਬੀ ਹੋਵੇਗੀ। ਇਸ ਦਾ ਅਰਥ ਇਹ ਹੋਇਆ ਕਿ ਕਿਸ਼ਤੀ ਸੱਚਮੁੱਚ ਹੀ ਕਾਫੀ ਲੰਬੀ ਸੀ। ਪਰ ਇਸ ਦੇ ਸੰਬੰਧਿਤ ਮਿਣਤੀ ਮੇਰੇ ਲਈ ਸਭ ਤੋਂ ਵੱਧ ਰੋਚਕ ਹੈ। ਮਿਸਾਲ ਵਜੋਂ ਨਿਊ ਮੈਕਸੀਕੋ ਨਾਂ ਦਾ ਇੱਕ ਜਹਾਜ਼ ਜੋ ਕਿ ਦੂਸਰੇ ਵਿਸ਼ਵ ਯੁੱਧ ਦੇ ਜ਼ਮਾਨੇ ਵਿੱਚ ਬਣਾਇਆ ਗਿਆ ਸੀ, ਇਸ ਦੀ ਲੰਬਾਈ 624 ਫੁੱਟ, ਚੌੜਾਈ 106 ਫੁੱਟ ਅਤੇ ਉਚਾਈ 29 ਫੁੱਟ ਸੀ। ਇਸ ਦੀ ਤੁਲਨਾ ਵਿੱਚ ਕਿਸ਼ਤੀ ਜਿਹੜੀ ਕਿ ਨੂਹ ਨੇ ਬਣਾਈ ਸੀ, ਉਸ ਦਾ ਆਕਾਰ ਵੀ ਲਗਭਗ ਇੰਨਾ ਹੀ ਸੀ। ਸੋ ਇਸ ਕਰਕੇ ਆਪ ਉਸ ਕਿਸ਼ਤੀ ਨੂੰ ਦੇਖ ਕੇ ਮਿਖੌਲੀਆ ਵਿਚਾਰ ਨਹੀਂ ਲਿਆ ਸਕਦੇ, ਕਿਉਂਕਿ ਇਹ ਲਗਭਗ ਇਸੇ ਵਿਧੀ ਨਾਲ ਬਣਾਈ ਗਈ ਸੀ ਜਿਸ ਤਰ੍ਹਾਂ ਕਿ ਅੱਜ ਦੇ ਜ਼ਮਾਨੇ ਵਿੱਚ ਸਮੁੰਦਰੀ ਜਹਾਜ਼ ਬਣਾਏ ਜਾਂਦੇ ਹਨ। ਅੱਗੇ ਲਿਖਿਆ ਹੋਇਆ ਹੈ ਕਿ ਤੂੰ ਇੱਕ ਮੋਗ ਕਿਸ਼ਤੀ ਲਈ ਬਣਾਈ ਔਰ ਇੱਕ ਹੱਥ ਉੱਪਰੋਂ ਉਹਨੂੰ ਸੰਪੂਰਨ ਕਰੀ ਅਤੇ ਕਿਸ਼ਤੀ ਦੇ ਬੂਹੇ ਨੂੰ ਉਹਦੇ ਇੱਕ ਪਾਸੇ ਵਿੱਚ ਰੱਖੀ ਅਤੇ ਇੱਕ ਮੰਜ਼ਲੀ ਦੁਹਾਸਵੀਂ ਸਗੋਂ ਤਿਹਾਸਵੀਂ ਬਣਾਈ। ਉਤਪਤੀ 6 ਅਧਿਆਏ ਉਸ ਦੀ 16 ਆਇਤ ਦੇ ਵਚਨ ਹਨ। ਤੂੰ ਇੱਕ ਮੋਗ ਕਿਸ਼ਤੀ ਲਈ ਬਣਾਈ। ਇਹ ਮੋਗ ਕਿਸ਼ਤੀ ਦੇ ਕਿਸੇ ਖੂੰਜੇ ਇੱਕ ਛੋਟੀ ਜਿਹੀ ਝੀਤ ਬਣਾਈ ਹੋਈ ਨਹੀਂ ਸੀ। ਕੀ ਆਪਨੇ ਇੱਥੇ ਹੀ ਰੁਕ ਕੇ ਕਦੇ ਇਸ ਬਾਰੇ ਸੋਚਿਆ ਹੈ ਕਿ ਇੰਨੀ ਵੱਡੀ ਕਿਸ਼ਤੀ ਵਿੱਚ ਇੰਨੇ ਲੰਬੇ ਸਮੇਂ ਲਈ ਇੰਨੇ ਜ਼ਿਆਦਾ ਜਾਨਵਰਾਂ ਦੇ ਰਹਿਣ ਨਾਲ ਉਸ ਜਗ੍ਹਾ ਤੇ ਕਿੰਨੀ ਬਦਬੂ ਹੋ ਸਕਦੀ ਹੈ। ਇਹ ਮੋਗ ਇੱਕ ਹੱਥ ਉੱਚਾ ਸੀ। ਇਹ ਕਿਸ਼ਤੀ ਦੇ ਆਲੇ ਦੁਆਲੇ ਛੱਤ ਦੇ ਨਾਲ ਨਾਲ ਜਾਂਦਾ ਸੀ। ਛੱਤ ਨੇ ਹੋ ਸਕਦਾ ਹੈ ਕਿ ਥੋੜਾ ਥੋੜਾ ਮੋਗ ਨੂੰ ਢਕਿਆ ਹੋਵੇ। ਇਸੇ ਵਿਧੀ ਨਾਲ ਅੱਜ ਕੱਲ੍ਹ ਅਖਾੜਿਆਂ ਦੀਆਂ ਇਮਾਰਤਾਂ ਵਿੱਚ ਰੋਸ਼ਨਦਾਨ ਰੱਖੇ ਜਾਂਦੇ ਹਨ। ਮੈਂ ਇੱਕ ਪ੍ਰਾਂਤ ਦੇ ਪਸ਼ੂਆਂ ਦੇ ਮੇਲੇ ਨੂੰ ਦੇਖਣ ਗਿਆ। ਉੱਥੇ ਜਿਸ ਇਮਾਰਤ ਵਿੱਚ ਪਸ਼ੂ ਰੱਖੇ ਹੋਏ ਸਨ, ਉਸ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਮੋਗ ਉਸ ਇਮਾਰਤ ਦੀ ਛੱਤ ਦੇ ਨਾਲ ਨਾਲ ਚਾਰੇ ਪਾਸੇ ਘੁੰਮਿਆ ਹੋਇਆ ਸੀ। ਇੰਨੇ ਜ਼ਿਆਦਾ ਪਸ਼ੂਆਂ ਦੇ ਰੱਖਣ ਦੇ ਬਾਵਜੂਦ ਵੀ ਉਹ ਜਗ੍ਹਾ ਇੰਨੀ ਸਾਫ਼ ਅਤੇ ਬਦਬੂ ਰਹਿਤ ਸੀ ਕਿ ਉੱਥੇ ਰਿਹਾ ਜਾ ਸਕਦਾ ਸੀ। ਕੁਝ ਲੋਕ ਤਾਂ ਉੱਥੇ ਬੈਠ ਕੇ ਖਾਣਾ ਵੀ ਖਾ ਰਹੇ ਸਨ, ਜਦੋਂ ਕਿ ਕੁਝ ਹੋਰ ਸੌਂ ਵੀ ਰਹੇ ਸਨ।
ਇਹ ਥਾਂ ਕਾਫੀ ਆਰਾਮਦਾਇਕ ਸੀ ਅਤੇ ਇੱਥੇ ਕਿਸੇ ਤਰ੍ਹਾਂ ਦੀ ਬਦਬੂ ਵੀ ਨਹੀਂ ਸੀ। ਕਈ ਲੋਕਾਂ ਨੂੰ ਮੈਂ ਇਸ ਤਰ੍ਹਾਂ ਵੀ ਕਹਿੰਦੇ ਸੁਣਿਆ ਕਿ ਵਿਚਾਰਾ ਨੂਹ ਇਸ ਮੋਗ ਵਿੱਚੋਂ ਆਪਣਾ ਸਿਰ ਬਾਹਰ ਕੱਢ ਕੇ ਤਾਜ਼ੀ ਹਵਾ ਦਾ ਸਾਹ ਲੈਂਦਾ ਹੋਵੇਗਾ ਤਾਂ ਕਿ ਜਿੰਦਾ ਰਹਿ ਸਕੇ। ਇਹ ਤਾਂ ਹਾਸੋਹੀਣਾ ਵਿਚਾਰ ਹੀ ਹੈ। ਇਹ ਸਿਰਫ ਇੱਕ ਮਨੁੱਖੀ ਖਿਆਲ ਹੈ, ਪਰ ਬਾਈਬਲ ਧਰਮ ਸ਼ਾਸਤਰ ਵਿੱਚ ਇਹੋ ਜਿਹਾ ਕੁਝ ਨਹੀਂ ਲਿਖਿਆ ਹੋਇਆ। ਅੱਗੇ ਲਿਖਿਆ ਹੋਇਆ ਹੈ, ਅਤੇ ਕਿਸ਼ਤੀ ਦੇ ਬੂਹੇ ਨੂੰ ਉਹਦੇ ਅੱਗੇ ਇੱਕ ਪਾਸੇ ਵਿੱਚ ਰੱਖੀ। ਕਿਸ਼ਤੀ ਦਾ ਸਿਰਫ ਇੱਕ ਹੀ ਬੂਹਾ ਸੀ ਅਤੇ ਇਸ ਦਾ ਬਹੁਤ ਮਹੱਤਵ ਸੀ। ਪ੍ਰਭੂ ਯੀਸ਼ੂ ਮਸੀਹ ਜੀ ਨੇ ਕਿਹਾ ਕਿ ਰਾਹ ਮੈਂ ਹੀ ਹਾਂ ਅਤੇ ਭੇਡਾਂ ਦੇ ਬਾੜੇ ਦਾ ਬੂਹਾ ਮੈਂ ਹੀ ਹਾਂ। ਕਿਸ਼ਤੀ ਦਾ ਬੂਹਾ ਵੀ ਉਹ ਆਪ ਹੀ ਹੈ। ਇੱਕ ਮੰਜ਼ਲੀ ਔਰ ਦੁਹਾਸਵੀਂ, ਸਗੋਂ ਤਿਹਾਸਵੀਂ ਬਣਾਈ। ਇਸ ਕਿਸ਼ਤੀ ਦੀਆਂ 3 ਛੱਤਾਂ ਸਨ। ਜੇਕਰ ਅਸੀਂ ਉਸ ਦੇ ਫਰਸ਼ ਜਾਂ ਛੱਤ ਨੂੰ ਜੋੜ ਲਈਏ ਤਾਂ ਮੇਰੇ ਵਿਚਾਰ ਅਨੁਸਾਰ ਇਹ 4 ਮੰਜ਼ਲਾਂ ਹੋ ਸਕਦੀਆਂ ਹਨ। ਕੀ ਹਰੇਕ ਛੱਤ ਲਈ ਇੱਕ ਬੂਹਾ ਸੀ? ਬੇਸ਼ੱਕ ਇਹ ਵਿਚਾਰ ਕਰਨ ਤੋਂ ਬਾਹਰ ਦੀ ਗੱਲ ਹੈ, ਪਰ ਫਿਰ ਵੀ ਮੇਰਾ ਵਿਚਾਰ ਇਹ ਹੈ ਕਿ ਸਿਰਫ ਇੱਕ ਹੀ ਬੂਹਾ ਉਸ ਕਿਸ਼ਤੀ ਵਿੱਚ ਰੱਖਿਆ ਗਿਆ ਸੀ ਅਤੇ ਹਰ ਇੱਕ ਛੱਤ ਲਈ ਇੱਕ ਵੱਖਰਾ ਬੂਹਾ ਨਹੀਂ ਸੀ। ਇਸ ਤੋਂ ਅੱਗੇ ਅਸੀਂ ਉਸ ਕਿਸ਼ਤੀ ਵਿੱਚ ਸਵਾਰ ਯਾਤਰੀਆਂ ਬਾਰੇ ਵਿਚਾਰ ਕਰਦੇ ਹਾਂ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਵੇਖ, ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ, ਤਾਂ ਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਹੈ ਆਕਾਸ਼ ਦੇ ਹੇਠੋਂ ਨਾਸ ਕਰਾਂ। ਸਭ ਕੁਝ ਜਿਹੜਾ ਧਰਤੀ ਉੱਤੇ ਹੈ ਪ੍ਰਾਣ ਛੱਡ ਦੇਵੇਗਾ। ਉਤਪਤ 6 ਅਧਿਆਏ ਉਸ ਦੀ 17 ਆਇਤ ਦੇ ਵਚਨ ਹਨ। ਪਰਮੇਸ਼ਵਰ ਧਰਤੀ, ਜੀਵ ਜੰਤੂਆਂ, ਪੰਛੀਆਂ ਅਤੇ ਮਨੁੱਖ ਉੱਤੇ ਸਜ਼ਾ ਭੇਜਣ ਵਾਲਾ ਹੀ ਹੈ, ਪਰ ਉਸਨੇ ਨੂਹ ਨੂੰ ਅੱਗੇ ਦੱਸਿਆ ਹੈ ਕਿ ਮੈਂ ਆਪਣਾ ਨੇਮ ਤੇਰੇ ਨਾਲ ਬੰਨਾਂਗਾ। ਤੂੰ ਕਿਸ਼ਤੀ ਵਿੱਚ ਜਾਈਂ, ਤੂੰ ਔਰ ਤੇਰੇ ਪੁੱਤਰ ਔਰ ਤੇਰੀ ਤੀਵੀਂ ਔਰ ਤੇਰੀਆਂ ਨੂੰਹਾਂ ਤੇਰੇ ਨਾਲ, ਅਤੇ ਸਭ ਜਾਨਦਾਰ ਸਰੀਰਾਂ ਵਿੱਚੋਂ ਜੋੜਾ ਕਿਸ਼ਤੀ ਵਿੱਚ ਬਾੜ ਲਈ, ਤਾਂ ਜੋ ਤੂੰ ਉਹਨਾਂ ਨੂੰ ਆਪਣੇ ਨਾਲ ਜਿਉਂਦਾ ਰੱਖ ਸਕੇ। ਉਹ ਨਰ ਨਾਰੀ ਹੋਣ, ਪੰਛੀਆਂ ਵਿੱਚੋਂ ਉਹਨਾਂ ਦੀ ਜਿਨਸ ਦੇ ਅਨੁਸਾਰ, ਡੰਗਰ ਤੋਂ ਉਹਨਾਂ ਦੀ ਜਿਨਸ ਦੇ ਅਨੁਸਾਰ, ਔਰ ਜ਼ਮੀਨ ਦੇ ਸਾਰੇ ਘਿਸਣ ਵਾਲਿਆਂ ਵਿੱਚੋਂ ਉਹਨਾਂ ਦੀ ਜਿਨਸ ਅਨੁਸਾਰ ਸਭਨਾਂ ਵਿੱਚੋਂ ਜੋੜਾ ਤੇਰੇ ਨਾਲ ਆਉਣਗੇ, ਤਾਂ ਜੋ ਉਹ ਜਿਉਂਦੇ ਰਹਿਣ। ਉਤਪਤ 6 ਅਧਿਆਏ ਉਸ ਦੀ 18 ਤੋਂ ਲੈ ਕੇ 20 ਆਇਤ ਤੱਕ ਇਹ ਵਚਨ ਬਾਈਬਲ ਵਿੱਚ ਮੌਜੂਦ ਹਨ। ਸਭਨਾਂ ਵਿੱਚੋਂ ਜੋੜਾ ਤੇਰੇ ਨਾਲ ਆਉਣਗੇ, ਤਾਂ ਜੋ ਉਹ ਜਿਉਂਦੇ ਰਹਿਣ। ਨੂਹ ਕੋਈ ਇਮਾਨਦਾਰ ਸ਼ੈਲ ਮਨੁੱਖ ਨਹੀਂ ਸੀ ਜੋ ਕਿ ਉਹਨਾਂ ਨੂੰ ਜ਼ਿੰਦਾ ਰੱਖਣ ਲਈ ਬਾਹਰ ਗਿਆ ਹੋਵੇ। ਉਹ ਨਾ ਹੀ ਕੋਈ ਮਹਾਨ ਸ਼ਿਕਾਰੀ ਸੀ। ਉਸ ਨੂੰ ਇਹਨਾਂ ਜਾਨਵਰਾਂ ਨੂੰ ਖੁਦ ਘੇਰ ਕੇ ਲਿਆਉਣ ਲਈ ਉਹਨਾਂ ਨੂੰ ਭਾਲਣਾ ਨਹੀਂ ਪਿਆ। ਉਹ ਖੁਦ ਹੀ ਉਸ ਕੋਲ ਆ ਗਏ। ਹੋ ਸਕਦਾ ਹੈ ਕਿ ਆਪ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੋਵੇ ਕਿ ਇਹ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਜੰਗਲੀ ਜਾਨਵਰ ਖੁਦ ਹੀ ਚੱਲ ਕੇ ਯਹੋਵਾ ਕੋਲ ਆ ਗਏ ਹੋਣ। ਜਦੋਂ ਜਾਨਵਰਾਂ ਦੀ ਜਾਨ ਖਤਰੇ ਵਿੱਚ ਹੋਵੇ ਤਾਂ ਉਹ ਇਸ ਤਰ੍ਹਾਂ ਹੀ ਕਰਦੇ ਹਨ। ਮੈਨੂੰ ਅਜੇ ਤੱਕ ਯਾਦ ਹੈ ਕਿ ਜਦੋਂ ਅਸੀਂ ਪਹਿਲੀ ਵਾਰ ਇੱਕ ਬਰਫੀਲੇ ਇਲਾਕੇ ਵਿੱਚ ਆਪਣੀ ਛੋਟੀ ਬੱਚੀ ਸਮੇਤ ਗਏ ਸੀ, ਉਸਨੇ ਕਦੇ ਵੀ ਇਸ ਤੋਂ ਪਹਿਲਾਂ ਬਰਫ਼ ਨਹੀਂ ਦੇਖੀ ਸੀ। ਜਦੋਂ ਅਸੀਂ ਉਸ ਨੂੰ ਬਰਫ਼ ਉੱਤੇ ਹੇਠਾਂ ਬਿਠਾਇਆ ਤਾਂ ਉਹ ਰੀਂ ਕਰਨ ਲੱਗੀ ਸੀ, ਪਰ ਜਦੋਂ ਉਸਨੇ ਦੂਸਰੀ ਤਰਫ ਇੱਕ ਛੋਟੇ ਹਿਰਨ ਨੂੰ ਆਉਂਦੇ ਦੇਖਿਆ ਤਾਂ ਉਸਨੇ ਰੀਂ ਕਰਨਾ ਬੰਦ ਕਰ ਦਿੱਤਾ। ਮੇਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਉਸ ਪਾਸੇ ਜਾਂਦੇ ਤਾਂ ਅਸੀਂ ਉਸ ਹਿਰਨ ਨਾਲ ਲਾਡ ਲਾ ਸਕਦੇ ਸੀ, ਪਰ ਸੰਭਵ ਖਤਰੇ ਨੂੰ ਜਾਣਦੇ ਹੋਏ ਅਸੀਂ ਉਸ ਦੇ ਨਜ਼ਦੀਕ ਜ਼ਿਆਦਾ ਹੋਣ ਲਈ ਉਸ ਹਿਰਨ ਵੱਲ ਨਹੀਂ ਵਧੇ। ਜਦੋਂ ਮੈਂ ਉਸ ਹਿਰਨ ਬਾਰੇ ਵਣ ਅਧਿਕਾਰੀ ਨੂੰ ਦੱਸਿਆ ਤਦ ਉਸਨੇ ਮੁਸਕਰਾਉਂਦੇ ਹੋਏ ਕਿਹਾ ਕਿ ਹਾਂ, ਠੀਕ ਹੀ ਹੈ, ਉੱਪਰਲੇ ਉੱਚੇ ਥਾਵਾਂ ਵਿੱਚ ਬਰਫ਼ ਪੈ ਗਈ ਹੈ, ਅਤੇ ਜਦੋਂ ਉੱਚੇ ਥਾਵਾਂ ਵਿੱਚ ਬਰਫ਼ ਪੈ ਜਾਂਦੀ ਹੈ ਤਦ ਇਹਨਾਂ ਜਾਨਵਰਾਂ ਦੇ ਜੀਵਨ ਲਈ ਉੱਪਰ ਖਤਰਾ ਬਣ ਜਾਂਦਾ ਹੈ। ਇਸੇ ਕਰਕੇ ਇਹ ਜਾਨਵਰ ਹੇਠਲੇ ਇਲਾਕਿਆਂ ਵਿੱਚ ਆ ਜਾਂਦੇ ਹਨ
ਅਤੇ ਇੰਨੇ ਨੀਰਸ ਅਤੇ ਪ੍ਰਭਾਵਹੀਣ ਹੋ ਜਾਂਦੇ ਹਨ ਜਿੰਨਾ ਵੀ ਕੋਈ ਜਾਨਵਰ ਵੱਧ ਤੋਂ ਵੱਧ ਹੋ ਸਕਦਾ ਹੈ। ਪਰ ਜਿਉਂ ਹੀ ਬਰਫ਼ ਪਿਘਲ ਜਾਂਦੀ ਹੈ ਤਾਂ ਇਸ ਇਲਾਕੇ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਇਸ ਰਿਹਾਇਸ਼ੀ ਇਲਾਕੇ ਵਿੱਚ ਫਿਰ ਇਹਨਾਂ ਜਾਨਵਰਾਂ ਵਿੱਚੋਂ ਸਾਨੂੰ ਕੋਈ ਵੀ ਦੇਖਣ ਨੂੰ ਨਹੀਂ ਮਿਲਦਾ। ਅਜਿਹਾ ਕਿਉਂ? ਕਿਉਂਕਿ ਜਦੋਂ ਕੋਈ ਜਾਨਵਰ ਖਤਰੇ ਵਿੱਚ ਹੁੰਦਾ ਹੈ ਤਾਂ ਉਹ ਖੁਦ ਮਨੁੱਖ ਵੱਲ ਭੱਜਿਆ ਆਉਂਦਾ ਹੈ। ਜਲ ਪਰਲੋ ਦੇ ਸਮੇਂ ਮੈਂ ਨਹੀਂ ਸੋਚਦਾ ਕਿ ਨੂਹ ਨੂੰ ਇਹਨਾਂ ਜਾਨਵਰਾਂ ਨੂੰ ਲਿਆਉਣ ਲਈ ਜਾਂ ਭਾਲਣ ਵਿੱਚ ਕੋਈ ਮੁਸ਼ਕਲ ਪੇਸ਼ ਆਈ ਹੋਵੇਗੀ, ਕਿਉਂਕਿ ਇਹ ਸਾਰੇ ਜਾਨਵਰ ਖੁਦ ਹੀ ਉਸ ਕੋਲ ਆਏ ਸਨ। ਬਾਈਬਲ ਧਰਮ ਸ਼ਾਸਤਰ ਵਿੱਚ ਅੱਗੇ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ ਕਿ ਤੂੰ ਆਪਣੇ ਲਈ ਹਰ ਪ੍ਰਕਾਰ ਦੇ ਖਾਜੇ ਵਿੱਚੋਂ ਜੋ ਖਾਈਦਾ ਹੈ ਕੁਝ ਲੈ ਲੈ ਅਤੇ ਉਹਨੂੰ ਇਕੱਠਾ ਕਰ। ਉਹ ਤੇਰੇ ਲਈ ਔਰ ਉਹਨਾਂ ਦੇ ਲਈ ਖਾਜਾ ਹੋਵੇਗਾ। ਉਪਰੰਤ ਨੂਹ ਨੇ ਇਹ ਕੀਤਾ, ਜਿਵੇਂ ਪਰਮੇਸ਼ਵਰ ਨੇ ਉਹਨੂੰ ਆਗਿਆ ਦਿੱਤੀ ਤਿਵੇਂ ਉਸਨੇ ਕੀਤਾ। ਬਾਈਬਲ ਧਰਮ ਸ਼ਾਸਤਰ ਵਿੱਚ ਉਤਪਤ 6 ਅਧਿਆਏ ਉਸ ਦੀ 21 ਅਤੇ 22 ਆਇਤ ਦੇ ਇਹ ਵਚਨ ਹਨ। ਨੂਹ ਨੂੰ ਇੱਥੇ ਬਹੁਤ ਕੁਝ ਖੁਦ ਹੱਥੀਂ ਕਰਨਾ ਪਿਆ। ਬਹੁਤ ਸਾਰਾ ਸੁੱਕਾ ਘਾਹ ਉਸਨੇ ਇਹਨਾਂ ਜਾਨਵਰਾਂ ਦੇ ਖਾਣ ਵਾਸਤੇ ਇਸ ਕਿਸ਼ਤੀ ਵਿੱਚ ਰੱਖਿਆ। ਪਰ ਕੁਝ ਲੋਕ ਹੋ ਸਕਦਾ ਹੈ ਕਿ ਇਹ ਕਹਿਣ ਕਿ ਜੋ ਵੀ ਜਾਨਵਰ ਉਸ ਕਿਸ਼ਤੀ ਵਿੱਚ ਚੜ੍ਹਾਏ ਗਏ ਸਨ ਉਹਨਾਂ ਵਿੱਚੋਂ ਕੁਝ ਮਾਸ ਖਾਂਦੇ ਸਨ। ਉਹ ਤਾਂ ਆਪਸ ਵਿੱਚ ਹੀ ਇੱਕ ਦੂਸਰੇ ਨੂੰ ਖਾ ਸਕਦੇ ਸਨ। ਪਰ ਮੈਂ ਇਸ ਤਰ੍ਹਾਂ ਦਾ ਵਿਚਾਰ ਨਹੀਂ ਰੱਖਦਾ। ਇੰਜ ਜਾਪਦਾ ਹੈ ਕਿ ਜਲ ਪਰਲੋ ਦੇ ਸਮੇਂ ਤੱਕ ਆਦਮੀ ਅਤੇ ਜਾਨਵਰ ਦੋਵੇਂ ਮਾਸ ਨਹੀਂ ਖਾਂਦੇ ਸਨ। ਉਹ ਬਿਲਕੁਲ ਮਾਸ ਨਹੀਂ ਖਾਂਦੇ ਸਨ। ਉਹ ਮਾਸਾਹਾਰੀ ਜਾਨਵਰ ਨਹੀਂ ਸਨ। ਬਾਈਬਲ ਧਰਮ ਸ਼ਾਸਤਰ ਵਿੱਚ ਸਾਨੂੰ ਈਸਾ ਮਸੀਹ ਦੇ ਬਾਦਸ਼ਾਹਤ ਦੇ 1000 ਵਰ੍ਹੇ ਬਾਰੇ ਦੱਸਿਆ ਗਿਆ ਹੈ ਕਿ ਉਸ ਸਮੇਂ ਬਘਿਆੜ ਲੇਲੇ ਨਾਲ ਰਹੇਗਾ ਅਤੇ ਚੀਤਾ ਮੇਮਣੇ ਵਰਗ ਨਾਲ ਬੈਠੇਗਾ। ਬੱਛਾ, ਜਵਾਨ ਸ਼ੇਰ ਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ ਅਤੇ ਇੱਕ ਛੋਟਾ ਮੁੰਡਾ ਉਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿਛਣੀ ਚਰਨਗੀਆਂ ਅਤੇ ਉਹਨਾਂ ਦੇ ਬੱਚੇ ਇਕੱਠੇ ਬੈਠਣਗੇ। ਬੱਬਰ ਸ਼ੇਰ ਬਲਦ ਵਾਂਗ ਭੋਂ ਖਾਵੇਗਾ। ਇਹ ਵਚਨ ਬਾਈਬਲ ਧਰਮ ਸ਼ਾਸਤਰ ਵਿੱਚ ਪੁਰਾਣੇ ਨੇਮ ਦੀ ਪੁਸਤਕ ਇਸ਼ਾਇਆ ਨਬੀ ਦੀ ਪੁਸਤਕ ਵਿੱਚ ਉਸਦੇ 11 ਅਧਿਆਏ ਉਸਦੀ 6 ਅਤੇ 7 ਆਇਤ ਵਿੱਚ ਮੌਜੂਦ ਹਨ। ਸੱਚਮੁੱਚ ਇਹ ਇਵੇਂ ਹੀ ਹੋਣਾ ਸੰਭਵ ਹੈ ਕਿਉਂਕਿ ਸ਼ੁਰੂ ਵਿੱਚ ਜਾਨਵਰਾਂ ਦੀ ਪਹਿਲੀ ਹਾਲਤ ਇਹੋ ਜਿਹੀ ਹੀ ਸੀ। ਇਹ ਹੀ ਉਤਪਤੀ ਦੀ ਪੁਸਤਕ ਦੇ 6ਵੇਂ ਅਧਿਆਏ ਦੀ ਸਮਾਪਤੀ ਹੁੰਦੀ ਹੈ ਅਤੇ ਹੁਣ ਅਸੀਂ ਇਸ ਪੁਸਤਕ ਦੇ 7ਵੇਂ ਅਧਿਆਏ ਦੇ ਅਧਿਐਨ ਲਈ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਅਧਿਆਏ ਦੇ ਮੁੱਖ ਵਿਸ਼ੇ ਇਸ ਪ੍ਰਕਾਰ ਹਨ: ਨੂਹ, ਉਸਦੇ ਪਰਿਵਾਰ ਅਤੇ ਜਾਨਵਰਾਂ ਦਾ ਕਿਸ਼ਤੀ ਵਿੱਚ ਵੜਨਾ। ਇਸ ਤੋਂ ਅੱਗੇ ਅਸੀਂ ਦੇਖਾਂਗੇ ਸਾਰੇ ਸਰੀਰਾਂ ਦਾ ਖਾਤਮਾ ਅਤੇ ਕਿਸ਼ਤੀ ਵਿਚਲੇ ਹਰੇਕ ਪ੍ਰਾਣੀ ਦਾ ਬਚਾਏ ਜਾਣਾ। ਪਹਿਲਾਂ ਅਸੀਂ ਨੂਹ, ਉਸਦੇ ਪਰਿਵਾਰ ਅਤੇ ਜਾਨਵਰਾਂ ਦੇ ਕਿਸ਼ਤੀ ਵਿੱਚ ਵੜਨ ਬਾਰੇ ਵਿਚਾਰ ਕਰਾਂਗੇ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਫੇਰ ਯਹੋਵਾ ਨੇ ਨੂਹ ਨੂੰ ਆਖਿਆ ਕਿ ਤੂੰ ਔਰ ਤੇਰਾ ਸਾਰਾ ਟੱਬਰ ਕਿਸ਼ਤੀ ਵਿੱਚ ਜਾਓ, ਕਿਉਂ ਜੋ ਮੈਂ ਤੁਹਾਨੂੰ ਆਪਣੇ ਅੱਗੇ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ। ਉਤਪਤੀ 7 ਅਧਿਆਏ ਉਸਦੀ ਪਹਿਲੀ ਆਇਤ। ਨੂਹ ਧਰਮੀ ਕਿਉਂ ਸੀ? ਇਹ ਵਿਸ਼ਵਾਸ ਦੇ ਦੁਆਰਾ ਸੀ, ਜਿਵੇਂ ਕਿ ਅੱਗੇ ਜਾ ਕੇ ਅਬਰਾਹਮ ਵੀ ਉਸਦੇ ਵਿਸ਼ਵਾਸ ਦੇ ਕਾਰਨ ਧਰਮੀ ਗਿਣਿਆ ਗਿਆ ਸੀ। ਉਸਨੇ ਯਹੋਵਾ ਦੀ ਪ੍ਰਤੀਤ ਕੀਤੀ ਅਤੇ ਉਸਨੇ ਉਹਦੇ ਲਈ ਇਹ ਧਰਮ ਗਿਣਿਆ। ਉਤਪਤੀ ਦੀ ਪੁਸਤਕ ਉਸਦਾ 15 ਅਧਿਆਏ ਉਸਦੀ 6 ਆਇਤ। ਨੂਹ ਨੇ ਵੀ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਲਈ ਧਰਮ ਗਿਣਿਆ ਗਿਆ। ਇਬਰਾਨੀਆਂ ਦੇ ਲੇਖਕ ਨੇ ਵੀ ਇਹ ਹੀ ਕਿਹਾ ਹੈ ਕਿ ਨੇਚਾ ਨਾਲ ਹੀ ਨੂਹ ਨੇ ਕਿਸ਼ਤੀ ਬਣਾਈ। ਇਬਰਾਨੀਆਂ ਦੀ ਪੱਤਰੀ ਉਸਦਾ 11 ਅਧਿਆਏ ਉਸਦੀ 7 ਆਇਤ। ਇਸੇ ਕਰਕੇ ਪਰਮੇਸ਼ਵਰ ਨੇ ਉਸ ਨੂੰ ਬਣਾਇਆ ਸੀ। ਕੀ ਆਪ ਨੇ ਇਸ ਚੀਜ਼ ਉੱਤੇ ਧਿਆਨ ਦਿੱਤਾ ਹੈ? ਇਸ ਜਲ ਪਰਲੋ ਦੇ ਨਿਆਂ ਦੇ ਸਾਰੇ ਸਮੇਂ ਦੇ ਦੌਰਾਨ ਪਰਮੇਸ਼ਵਰ ਇਸ ਮਨੁੱਖ ਨੂਹ ਉੱਤੇ ਕਿੰਨਾ ਦਇਆਵਾਨ ਸੀ। ਇਸ ਪਹਿਲੀ ਆਇਤ ਵਿੱਚ ਉਹ ਨੂਹ ਨੂੰ ਕਹਿੰਦਾ ਹੈ
ਕਿ ਤੂੰ ਇੱਧਰ ਆ ਕੇ ਕਿਸ਼ਤੀ ਬਣਾ। ਇਹ ਉਹੀ ਨਿਉਂਤਾ ਹੈ ਜੋ ਕਿ ਪ੍ਰਭੂ ਯੀਸ਼ੂ ਮਸੀਹ ਅੱਜ ਸਾਰੀ ਆਦਮ ਜਾਤੀ ਨੂੰ ਦਿੰਦਾ ਹੈ। ਹੇ ਸਾਰੇ ਮਿਹਨਤ ਕਰਨ ਵਾਲੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਉਤਪਤ ਦੇ ਇਸੇ ਹੀ 7ਵੇਂ ਅਧਿਆਇ ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਉਹਨੂੰ ਅੰਦਰ ਬੰਦ ਕੀਤਾ। ਉਤਪਤ 7 ਅਧਿਆਇ ਉਸ ਦੀ 16 ਆਇਤ। ਕੀ ਇਹ ਸੁੰਦਰ ਨਹੀਂ ਹੈ? ਆਖਿਰ 8ਵੇਂ ਅਧਿਆਇ ਦੇ ਸ਼ੁਰੂ ਵਿੱਚ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਯਹੋਵਾ ਨੇ ਨੂਹ ਨੂੰ ਯਾਦ ਕੀਤਾ। ਉਤਪਤ 8 ਅਧਿਆਇ ਉਸ ਦੀ ਪਹਿਲੀ ਆਇਤ। ਕਿੰਨਾ ਅਦਭੁਤ ਹੈ! ਪਰਮੇਸ਼ਵਰ ਆਸਾਨੀ ਨਾਲ ਨੂਹ ਨੂੰ ਭੁੱਲ ਸਕਦਾ ਸੀ। ਕਈ ਸਾਲਾਂ ਤੋਂ ਬਾਅਦ ਉਹ ਦੁਬਾਰਾ ਕਹਿ ਸਕਦਾ ਸੀ ਕਿ ਮੈਂ ਤਾਂ ਧਰਤੀ ਉੱਤੇ ਰਹਿਣ ਵਾਲੇ ਉਸ ਧਰਮੀ ਮਨੁੱਖ ਨੂਹ ਦੇ ਬਾਰੇ ਭੁੱਲ ਹੀ ਗਿਆ ਸੀ। ਮੈਂ ਉਸ ਨੂੰ ਕਿਸ਼ਤੀ ਵਿੱਚ ਤਾਂ ਵਾੜ ਦਿੱਤਾ ਸੀ, ਪਰ ਬਾਅਦ ਵਿੱਚ ਉਸ ਨੂੰ ਭੁੱਲ ਗਿਆ। ਪਰ ਪਰਮੇਸ਼ਵਰ ਨੂੰ ਨੂਹ ਦਾ ਚੇਤਾ ਨਹੀਂ ਭੁੱਲਿਆ। ਜੇਕਰ ਪਰਮੇਸ਼ਵਰ ਨੂਹ ਨੂੰ ਭੁੱਲ ਜਾਂਦਾ ਤਾਂ ਇਹ ਬਹੁਤ ਮਾੜਾ ਹੁੰਦਾ। ਕੀ ਇਹ ਠੀਕ ਨਹੀਂ? ਪਰਮੇਸ਼ਵਰ ਨੂੰ ਕਦੇ ਵੀ ਚੇਤਾ ਨਹੀਂ ਭੁੱਲਦਾ। ਉਸ ਨੂੰ ਆਪ ਦੀ ਵੀ ਯਾਦ ਹੈ। ਜੇਕਰ ਆਪ ਉਸ ਕੋਲ ਆਪਣੀ ਮੁਕਤੀ ਲਈ ਵਿਸ਼ਵਾਸ ਨਾਲ ਆ ਚੁੱਕੇ ਹੋ ਤਾਂ ਸਿਰਫ ਇੱਕ ਹੀ ਚੀਜ਼ ਨੂੰ ਉਹ ਭੁੱਲ ਸਕਦਾ ਹੈ ਅਤੇ ਉਹ ਚੀਜ਼ ਹੈ ਆਪ ਦੇ ਪਾਪ। ਉਹ ਤੁਹਾਡੇ ਪਾਪਾਂ ਨੂੰ ਸਿਰਫ ਯਾਦ ਨਹੀਂ ਰੱਖੇਗਾ, ਉਹ ਤੁਹਾਡੇ ਪਾਪਾਂ ਨੂੰ ਫਿਰ ਯਾਦ ਨਹੀਂ ਰੱਖੇਗਾ। ਇਹ ਕਿੰਨੀ ਸੋਹਣੀ ਗੱਲ ਹੈ। ਅੱਗੇ ਨੂੰ ਅਤੇ ਉਸ ਦਾ ਟੱਬਰ ਕਿਸ਼ਤੀ ਵਿੱਚ ਪੜ ਜਾਂਦੇ ਹਨ। ਕੀ ਆਪ ਜਾਣਦੇ ਹੋ ਕਿ ਨੂਹ ਦੀ ਇਹ ਕਹਾਣੀ ਵੀ ਉਤਪਤੀ ਦੀ ਕਹਾਣੀ ਵਾਂਗ ਹੀ ਸਾਰੀ ਧਰਤੀ ਉੱਤੇ ਪ੍ਰਚਲਿਤ ਹੈ? ਚੰਗਾ ਸੀ ਕਿ ਜੇਕਰ ਮੈਂ ਆਪ ਨੂੰ ਬਾਬਲ ਦੀਆਂ ਲਿਖਤਾਂ ਦੇ ਲੇਖੇ ਜੋਖੇ ਬਾਰੇ ਦੱਸਦਾ। ਉਸ ਨਾਲ ਤੁਲਨਾ ਕਰਕੇ ਆਪ ਫਰਕ ਨੂੰ ਜਾਣ ਸਕਦੇ ਸੀ। ਹੋਰ ਲਿਖਤਾਂ ਤਾਂ ਮਖੌਲੀਆ ਅਤੇ ਨਿਰਾ ਊਟ ਪਟਾਂਗ ਹੀ ਹਨ। ਇਹ ਸੱਚਾਈ ਕਿ ਬਹੁਤ ਸਾਰੇ ਦੇਸ਼ਾਂ ਦੇ ਲੋਕ ਇਸ ਸ੍ਰਿਸ਼ਟੀ ਅਤੇ ਜਲ ਪਰਲੋ ਦੋਹਾਂ ਦਾ ਜੋ ਜ਼ਿਕਰ ਕਰਦੇ ਹਨ, ਉਹ ਇਸ ਬਾਰੇ ਕੁਝ ਨਾ ਕੁਝ ਸਾਨੂੰ ਦੱਸਦੇ ਹੀ ਜਾਂਦੇ ਹਨ। ਇਹ ਸਾਨੂੰ ਦਰਸਾਉਂਦਾ ਹੈ ਕਿ ਇਹ ਜਲ ਪਰਲੋ ਦੀ ਸੱਚਾਈ ਦਾ ਕੁਝ ਆਧਾਰ ਹੈ। ਜੇਕਰ ਉਹ ਸਿਰਫ ਸੁਣੀਆਂ ਸੁਣਾਈਆਂ ਜਾਂ ਮਨ ਘੜਤ ਕਹਾਣੀਆਂ ਹੀ ਦੱਸਣ ਤਾਂ ਉਹ ਇਸ ਤਰ੍ਹਾਂ ਦੇ ਲੇਖੇ ਜੋਖੇ ਬਾਰੇ ਜ਼ਿਕਰ ਨਹੀਂ ਕਰ ਸਕਦੇ। ਜੇਕਰ ਆਪ ਇਹ ਜਾਣਨਾ ਚਾਹੁੰਦੇ ਹੋ ਕਿ ਸੱਚਾਈ ਕੀ ਹੈ ਤਾਂ ਇਹਨਾਂ ਦੀ ਤੁਲਨਾ ਕਰਕੇ ਆਪ ਖੁਦ ਵੀ ਜਾਣ ਸਕਦੇ ਹੋ। ਆਪ ਨੂੰ ਯਾਦ ਹੋਵੇਗਾ ਕਿ ਮੈਂ ਪਹਿਲਾਂ ਉਤਪਤੀ ਦੀ ਪੁਸਤਕ ਦੇ ਆਰੰਭ ਕਰਨ ਤੋਂ ਪਹਿਲਾਂ ਬਾਈਬਲ ਧਰਮ ਸ਼ਾਸਤਰ ਦੀ ਜਾਣਕਾਰੀ ਦਿੰਦੇ ਸਮੇਂ ਵੀ ਬਾਈਬਲ ਧਰਮ ਸ਼ਾਸਤਰ ਦੀਆਂ ਲਿਖਤਾਂ ਬਾਰੇ ਉਤਪਤੀ ਨਾਲ ਸੰਬੰਧਿਤ ਜਾਣਕਾਰੀ ਬਾਰੇ ਦੱਸਿਆ ਸੀ। ਮਿਸਾਲ ਵਜੋਂ ਬਾਬੁਲ ਦੀਆਂ ਲਿਖਤਾਂ ਸਾਨੂੰ ਦੱਸਦੀਆਂ ਹਨ ਕਿ ਦੇਵਤਿਆਂ ਵਿਚਕਾਰ ਹੋਣ ਵਾਲੀ ਜੰਗ ਦੇ ਕਾਰਨ ਹੀ ਜਲ ਪਰਲੋ ਆਈ। ਪਰ ਇਸ ਦੇ ਉਲਟ ਬਾਈਬਲ ਵਿੱਚ ਦੱਸਿਆ ਗਿਆ ਹੈ ਕਿ ਜਲ ਪਰਲੋ ਮਨੁੱਖ ਦੇ ਪਾਪ ਦੇ ਕਾਰਨ ਪਰਮੇਸ਼ਵਰ ਦੁਆਰਾ ਭੇਜੀ ਹੋਈ ਸਜ਼ਾ ਸੀ। ਇਹ ਤਾਂ ਕੁਝ ਮਨ ਨੂੰ ਵੀ ਲੱਗਣ ਵਾਲੀ ਗੱਲ ਹੈ। ਇਸੇ ਅਧਿਆਇ ਬਾਰੇ ਅਸੀਂ ਵਿਚਾਰ ਕਰਨਾ ਆਪਣੇ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਪਰਮੇਸ਼ਵਰ ਆਪ ਨੂੰ ਅੱਜ ਦੇ ਇਸ ਵਚਨ ਦੇ ਅਧਿਐਨ ਦੁਆਰਾ ਬਹੁਤ ਬਰਕਤ ਦੇਵੇ। ਇਸ ਪ੍ਰੋਗਰਾਮ ਨੂੰ ਅੱਜ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਪਿਆਰੇ ਦਰਸ਼ਕੋ, ਸੱਚੀ ਬਾਣੀ ਦੇ ਇਸ ਪ੍ਰੋਗਰਾਮ ਨੂੰ ਵੇਖਣ ਦੇ ਲਈ ਤੁਹਾਡਾ ਧੰਨਵਾਦ। ਦੋਸਤੋ, ਮੈਂ ਵਿਸ਼ਵਾਸ ਕਰਦਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੈ ਅਤੇ ਤੁਸੀਂ ਇਸ ਬਾਈਬਲ ਧਰਮ ਸ਼ਾਸਤਰ ਦੀ ਉਤਪਤ ਦੀ ਪੁਸਤਕ ਦੇ 6ਵੇਂ ਅਧਿਆਇ ਦਾ ਅਧਿਐਨ ਕਰ ਰਹੇ ਹੋ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਪਰਮੇਸ਼ਵਰ ਨੇ ਕਿਵੇਂ ਨੂਹ ਨੂੰ ਕਿਸ਼ਤੀ ਬਣਾਉਣ ਸੰਬੰਧੀ ਹਦਾਇਤਾਂ ਦਿੱਤੀਆਂ ਅਤੇ ਕਿਸ਼ਤੀ ਦੀ ਬਣਤਰ ਅਤੇ ਮਾਪਦੰਡ ਅੱਜ ਦੇ ਸਮੇਂ ਵਿੱਚ ਸਾਨੂੰ ਹੈਰਾਨ ਕਰ ਦਿੰਦਾ ਹੈ, ਕਿਉਂਕਿ ਇਸ ਨੂੰ ਕੋਈ ਸੂਝਵਾਨ ਵਿਅਕਤੀ ਹੀ ਬਣਾ ਸਕਦਾ ਹੈ। ਅਤੇ ਪਰਮੇਸ਼ਵਰ ਨੇ ਇਸ ਕੰਮ ਲਈ ਨੂਹ ਨੂੰ ਚੁਣਿਆ। ਨੂਹ ਨੇ ਨਾ ਕੇਵਲ ਕਿਸ਼ਤੀ ਨੂੰ ਬਣਾਇਆ, ਬਲਕਿ ਉਸਨੇ ਪਰਮੇਸ਼ਵਰ ਦੇ ਆਉਣ ਵਾਲੇ ਨਿਆਂ ਨੂੰ ਵੀ ਆਪਣੇ ਸਮੇਂ ਦੇ ਲੋਕਾਂ ਨੂੰ ਦੱਸਦਾ ਰਿਹਾ। ਪਰ ਉਹਨਾਂ ਲੋਕਾਂ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਆਖਿਰ ਵਿੱਚ ਉਹ ਸਾਰੇ ਲੋਕ ਪਰਮੇਸ਼ਵਰ ਦੇ ਕ੍ਰੋਧ ਅਤੇ ਨਿਆਂ ਦਾ ਸ਼ਿਕਾਰ ਹੋ ਗਏ। ਨੂਹ ਆਪਣੇ ਪਰਿਵਾਰ
ਸਮੇਂ ਇਸ ਭਿਆਨਕ ਜਲ ਪ੍ਰਲੋ ਤੋਂ ਇਸ ਕਰਕੇ ਬਚ ਸਕਿਆ ਕਿਉਂਕਿ ਉਸਨੇ ਪਰਮੇਸ਼ਵਰ ਦੇ ਵਚਨਾਂ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਪਰਮੇਸ਼ਵਰ ਦੀ ਨਜ਼ਰ ਵਿੱਚ ਉਸ ਦੀ ਧਾਰਮਿਕਤਾ ਗਿਣੀ ਗਈ। ਦੋਸਤੋ, ਜਦੋਂ ਪਰਮੇਸ਼ਵਰ ਸਾਨੂੰ ਕੋਈ ਕੰਮ ਕਰਨ ਨੂੰ ਕਹਿੰਦਾ ਹੈ ਤਾਂ ਸਾਨੂੰ ਵਿਸ਼ਵਾਸਯੋਗਤਾ ਨਾਲ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਉਸ ਦੇ ਵਚਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਬਾਈਬਲ ਦੱਸਦੀ ਹੈ ਕਿ ਵਿਸ਼ਵਾਸ ਬਿਨਾਂ ਪਰਮੇਸ਼ਵਰ ਨੂੰ ਖੁਸ਼ ਕਰਨਾ ਅਣਹੋਣਾ ਹੈ। ਨੂਹ ਨੇ ਵਿਸ਼ਵਾਸ ਕਰਕੇ ਪਰਮੇਸ਼ਵਰ ਨੂੰ ਪ੍ਰਸੰਨ ਕੀਤਾ। ਦੋਸਤੋ, ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਹਾਡਾ ਵਿਸ਼ਵਾਸ ਤੁਹਾਨੂੰ ਪਰਮੇਸ਼ਵਰ ਦੀ ਨਜ਼ਰ ਵਿੱਚ ਧਰਮੀ ਠਹਿਰਾਏ ਜਾਣ ਲਈ ਲਾਇਕ ਹੈ? ਸਾਡੇ ਨਾਲ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਧੰਨਵਾਦ। ਆਓ ਅਸੀਂ ਦੁਆ ਕਰੀਏ। ਪਿਆਰੇ ਯੀਸ਼ੂ ਮਸੀਹ ਜੀ, ਅਸੀਂ ਤੁਹਾਡਾ ਧੰਨਵਾਦ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਇਸ ਮੌਕੇ ਵਿੱਚ ਪਹੁੰਚਾਇਆ ਕਿ ਅਸੀਂ ਇਸ ਅਧਿਐਨ ਨੂੰ ਜਾਰੀ ਰੱਖ ਸਕੀਏ। ਪਿਆਰੇ ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਪਿਤਾ ਪ੍ਰਭੂ ਸ਼੍ਰੀ ਹਰ ਪੱਖੋਂ ਸਾਡੀ ਸਹਾਇਤਾ ਕੀਤੀ ਅਤੇ ਅੱਜ ਦੇ ਵਚਨ ਨੂੰ ਸਿੱਖਣ ਦੇ ਵਿੱਚ ਵੀ ਸਾਡੀ ਸਹਾਇਤਾ ਕੀਤੀ ਕਿ ਪਿਤਾ ਪ੍ਰਭੂ ਸ਼੍ਰੀ ਤੁਸੀਂ ਆਪਣੇ ਨਿਆਂ ਦੇ ਵਿੱਚ ਪੱਕੇ ਹੋ। ਪਿਤਾ ਪ੍ਰਭੂ ਸ਼੍ਰੀ ਤੁਸੀਂ ਮਨੁੱਖ ਨੂੰ ਸੁਧਾਰਨ ਦੇ ਲਈ ਪਿਤਾ ਪ੍ਰਭੂ ਸ਼੍ਰੀ ਅਜਿਹੇ ਕਦਮਾਂ ਨੂੰ ਉਠਾਉਂਦੇ ਹੋ ਪਿਤਾ ਪ੍ਰਭੂ ਸ਼੍ਰੀ, ਅਤੇ ਤੁਹਾਡਾ ਇਹ ਫੈਸਲਾ ਵੀ ਸਿਰਫ ਤੇ ਸਿਰਫ ਮਨੁੱਖ ਨੂੰ ਸੁਧਾਰਨ ਦੇ ਲਈ ਹੀ ਹੈ। ਪਿਆਰੇ ਪ੍ਰਭੂ ਜੀ, ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਪਿਤਾ ਪ੍ਰਭੂ ਸ਼੍ਰੀ, ਅਗਰ ਸਾਡੇ ਜੀਵਨਾਂ ਦੇ ਵਿੱਚ ਕੋਈ ਪਾਪ ਹੈ ਤਾਂ ਉਸ ਨੂੰ ਦੂਰ ਕਰ ਦਿਓ ਪਿਤਾ ਪ੍ਰਭੂ ਸ਼੍ਰੀ। ਤੁਹਾਡੇ ਦਾਸ ਲੋਕ ਅਸੀਂ ਪਿਤਾ ਪ੍ਰਭੂ ਸ਼੍ਰੀ, ਪਿਆਰੇ ਪਿਤਾ ਪ੍ਰਭੂ ਸ਼੍ਰੀ, ਸਾਡੇ ਸੰਦੇਸ਼ਾਂ ਦੇ ਦੁਆਰਾ ਪਿਤਾ ਪ੍ਰਭੂ ਸ਼੍ਰੀ ਬਹੁਤ ਸਾਰੇ ਲੋਕ ਆਪਣੇ ਪਾਪਾਂ ਤੋਂ ਅੰਗੀਕਾਰ ਕਰ ਸਕਣ ਅਤੇ ਸੱਚੇ ਰਾਹ ਦੇ ਉੱਤੇ ਚੱਲ ਸਕਣ। ਪਿਆਰੇ ਪ੍ਰਭੂ ਜੀ, ਮੈਂ ਦੁਆ ਕਰਦਾ ਇਸ ਸਮੇਂ ਪਿਤਾ ਪ੍ਰਭੂ ਸ਼੍ਰੀ ਆਪਣੀ ਪੂਰੀ ਸਹਿਯੋਗੀ ਟੀਮ ਦੇ ਲਈ ਪਿਤਾ ਪ੍ਰਭੂ ਸ਼੍ਰੀ, ਜੋ ਅਸੀਂ ਇਸ ਪ੍ਰੋਗਰਾਮ ਨੂੰ ਬਣਾਉਣ ਦੇ ਲਈ ਪਿਤਾ ਪ੍ਰਭੂ ਸ਼੍ਰੀ ਆਪਣਾ ਸਹਿਯੋਗ ਦਿੰਦੇ ਪਿਤਾ ਪ੍ਰਭੂ ਸ਼੍ਰੀ, ਮੈਂ ਪ੍ਰਾਰਥਨਾ ਕਰਦਾ ਸਾਡੀ ਅਗਵਾਈ ਕਰੋ ਪਿਤਾ ਪ੍ਰਭੂ ਸ਼੍ਰੀ, ਬਿਹਤਰ ਤਰੀਕੇ ਦੇ ਨਾਲ ਤੁਹਾਡੇ ਵਚਨਾਂ ਨੂੰ ਪੇਸ਼ ਕੀਤਾ ਜਾ ਸਕੇ। ਅਤੇ ਖਾਸ ਦੁਆ ਕਰਦਾ ਆਪਣੇ ਦਰਸ਼ਕਾਂ ਦੇ ਲਈ ਪਿਤਾ ਪ੍ਰਭੂ ਸ਼੍ਰੀ, ਜਿਹੜੇ ਅਲੱਗ-ਅਲੱਗ ਜਗ੍ਹਾ 'ਚ ਆਪਣੇ ਘਰਾਂ ਵਿੱਚ ਬੈਠ ਕੇ ਪਿਤਾ ਪ੍ਰਭੂ ਸ਼੍ਰੀ ਸਾਡੇ ਪ੍ਰੋਗਰਾਮ ਨੂੰ ਵੇਖ ਰਹੇ ਨੇ ਪਿਤਾ ਪ੍ਰਭੂ ਸ਼੍ਰੀ, ਉਹਨਾਂ ਦੇ ਜੀਵਨਾਂ ਦੇ ਵਿੱਚ ਪਿਤਾ ਪ੍ਰਭੂ ਸ਼੍ਰੀ ਤੁਸੀਂ ਵੱਡੇ ਕੰਮਾਂ ਨੂੰ ਕਰੋ। ਪਿਆਰੇ ਪ੍ਰਭੂ ਜੀ, ਮੈਂ ਪ੍ਰਾਰਥਨਾ ਕਰਦਾ ਪਿਤਾ ਪ੍ਰਭੂ ਸ਼੍ਰੀ, ਜੋ ਲੋਕ ਸਾਡੇ ਨਾਲ ਫੋਨ ਤੇ ਸੰਪਰਕ ਕਰਦੇ ਨੇ ਖੁਦਾਵੰਦ, ਆਪਣੇ ਪ੍ਰਾਰਥਨਾਵਾਂ ਨੂੰ ਸਾਡੇ ਨਾਲ ਵੰਡਦੇ ਨੇ ਖੁਦਾਵੰਦ, ਮੈਂ ਦੁਆ ਕਰਦਾ ਉਹਨਾਂ ਦੇ ਲਈ ਖੁਦਾਵੰਦ ਪਿਤਾ ਪ੍ਰਭੂ ਸ਼੍ਰੀ ਤੁਸੀਂ ਆਪਣਾ ਰਹਿਮ ਭਰਿਆ ਹੱਥ ਸਦਾ ਲਈ ਬਣਾ ਕੇ ਰੱਖੋ ਅਤੇ ਪ੍ਰਾਰਥਨਾ ਕਰਦਾ ਅਗਲੇ ਪ੍ਰੋਗਰਾਮ ਤੱਕ ਸਾਨੂੰ ਸੰਭਾਲ ਕੇ ਰੱਖੋ। ਪਿਆਰੇ ਪ੍ਰਭੂ ਜੀ, ਦੁਆ ਕਰਦਾ ਇਸ ਸਮੇਂ ਮੈਂ ਪਿਤਾ ਪ੍ਰਭੂ ਸ਼੍ਰੀ ਸਾਡੇ ਜੀਵਨਾਂ ਨੂੰ ਸੁਧਾਰੋ ਪਿਤਾ ਪ੍ਰਭੂ ਸ਼੍ਰੀ, ਅਸੀਂ ਤੁਹਾਡੇ ਵਚਨਾਂ ਦੇ ਦੁਆਰਾ ਆਪਣੇ ਜੀਵਨਾਂ ਨੂੰ ਸੁਧਾਰ ਸਕੀਏ ਅਤੇ ਪਿਤਾ ਪ੍ਰਭੂ ਸ਼੍ਰੀ ਜਿਸ ਤਰੀਕੇ ਨਾਲ ਨੂਹ ਬਚਾਇਆ ਗਿਆ ਪਿਤਾ ਪ੍ਰਭੂ ਸ਼੍ਰੀ, ਅਸੀਂ ਵੀ ਵਿਸ਼ਵਾਸ ਯੋਗ ਹੋ ਸਕੀਏ ਤੁਹਾਡੀਆਂ ਨਜ਼ਰਾਂ ਦੇ ਵਿੱਚ ਅਤੇ ਬਚਾਏ ਜਾਈਏ। ਸਾਡੀ ਦੁਆ ਨੂੰ ਕਬੂਲ ਕੀਤਾ ਹੈ ਮੰਗਣਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਆਮੀਨ। ਪਿਆਰੇ ਦੋਸਤੋ, ਤੁਸੀਂ ਵੀ ਆਪਣੇ ਜੀਵਨ ਨੂੰ ਨੂਹ ਦੀ ਤਰ੍ਹਾਂ ਵਿਸ਼ਵਾਸਯੋਗਤਾ ਵਰਗਾ ਬਣਾਈਏ। ਦੋਸਤੋ, ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ, ਅਸੀਂ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ। ਜੈ ਮਸੀਹ ਦੀ। ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਸਾਨੂੰ ਜ਼ਰੂਰ ਦੱਸੋ। ਸਾਡਾ ਫੋਨ ਨੰਬਰ ਹੈ 9041538931। ਨੰਬਰ ਇੱਕ ਵਾਰ ਫਿਰ ਸੁਣੋ 9041538931। ਸਾਡਾ ਦੂਸਰਾ ਨੰਬਰ ਹੈ 9465177365। ਤੁਸੀਂ ਚਾਹੋ ਤਾਂ ਸਾਨੂੰ ਮਿਸ ਕਾਲ ਵੀ ਕਰ ਸਕਦੇ ਹੋ। ਮਿਸ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 0444 908 1209। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰੋ punjabi@radio882.com। ਚਿੱਠੀ ਲਿਖਣ ਦੇ ਲਈ ਸਾਡਾ ਪਤਾ ਹੈ TWR ਇੰਡੀਆ, ਪੋਸਟ ਬਾਕਸ ਨੰਬਰ 111, ਜਨਰਲ ਪੋਸਟ ਆਫਿਸ, ਸੈਕਟਰ 17, ਚੰਡੀਗੜ੍ਹ 160017। YouTube ਅਤੇ Facebook ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਦੇ ਲਈ ਤੁਸੀਂ TWR ਇੰਡੀਆ ਪੰਜਾਬੀ ਨਾਲ ਜੁੜੋ।